ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ। ਆਪਾਂ ਅੱਜ ਇਸ ਵੀਡੀਓ ਦੇ ਵਿੱਚ ਜਮਾਤ 8ਵੀਂ ਵਿਸ਼ਾ ਸਮਾਜਿਕ ਸਿੱਖਿਆ ਸਮਾਜਿਕ ਵਿਗਿਆਨ ਦਾ ਇੱਕ ਸੈਂਪਲ ਪੇਪਰ ਤੁਹਾਡੇ ਲਈ ਹੱਲ ਕਰਾਂਗੇ। ਠੀਕ ਹੈ, ਜਿਹੜਾ ਕੁੱਲ ਲਿਖਤੀ 70 ਅੰਕਾਂ ਦਾ ਹੋਏਗਾ। ਠੀਕ ਹੈ, ਜਿਵੇਂ ਕਿ ਤੁਹਾਨੂੰ ਪਤਾ ਬੇਟਾ, ਕਰੋਨਾ ਦੇ ਕਾਰਨ ਜਾਂ ਕਰੋਨਾ ਮਹਾਮਾਰੀ ਦੇ ਕਾਰਨ ਜਿਹੜੇ ਤੁਹਾਡੇ ਪੇਪਰ ਹੈਗੇ ਉਹ ਪੋਸਟਪੋਨ ਹੋ ਚੁੱਕੇ ਹੈਗੇ। ਪਹਿਲਾਂ 22 ਮਾਰਚ ਤੋਂ ਸਟਾਰਟ ਹੋਣੇ ਸੀ, ਹੁਣ ਤੁਹਾਡੇ ਪੇਪਰ ਅੱਗੇ ਹੋਣਗੇ। ਠੀਕ ਹੈ, ਜਦੋਂ ਵੀ ਡੇਟ ਸ਼ੀਟ ਆਏਗੀ ਨਵੀਂ। ਇਸ ਕਰਕੇ ਤੁਸੀਂ ਜਿਹੜੀ ਤੁਹਾਡੀ ਤਿਆਰੀ ਹੈਗੀ ਉਹ ਘਰ ਤੋਂ ਹੀ ਆਪਣੀ ਜਾਰੀ ਰੱਖਣੀ ਹੈਗੀ। ਠੀਕ ਹੈ, ਤਾਂ ਆਓ ਆਪਾਂ ਜਿਹੜਾ ਅੱਜ ਦਾ ਇਹ ਇੱਕ ਸੈਂਪਲ ਪੇਪਰ ਹੈਗਾ ਇਸ ਨੂੰ ਆਪਾਂ ਹੱਲ ਕਰ ਦਿਆਂਗੇ ਇੱਕ ਇੱਕ ਪਾਰਟ ਦੇ ਰਾਹੀਂ। ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਭਾਗ ਊੜਾ ਹੈ, ਜਿਹਦੇ ਵਿੱਚ ਆਪਣੇ ਕੋਲ 15 ਬਹੁ ਵਿਕਲਪੀ ਪ੍ਰਸ਼ਨ ਹੈਗੇ। ਠੀਕ ਹੈ, ਜਿਹੜੇ ਇਤਿਹਾਸ, ਭੂਗੋਲ ਔਰ ਨਾਗਰਿਕ ਸ਼ਾਸਤਰ ਤਿੰਨਾਂ ਭਾਗਾਂ ਦੇ ਵਿੱਚੋਂ ਮਿਲਾ ਕੇ 15 ਜਿਹੜੇ ਬਹੁ ਵਿਕਲਪੀ ਪ੍ਰਸ਼ਨ ਹੈਗੇ ਉਹ ਤਿਆਰ ਕੀਤੇ ਜਾਂਦੇ ਹੈਗੇ। ਆਓ ਆਪਾਂ ਸ਼ੁਰੂ ਕਰੀਏ। ਸਭ ਤੋਂ ਪਹਿਲਾਂ ਪ੍ਰਸ਼ਨ ਨੰਬਰ 1 ਹੈ ਆਪਣੇ ਕੋਲ, ਹਵਾ ਕਿਸ ਪ੍ਰਕਾਰ ਦਾ ਸਾਧਨ ਹੈ? ਫਿਰ ਵਿਦਿਆਰਥੀਓ, ਹਵਾ ਕਿਸ ਪ੍ਰਕਾਰ ਦਾ ਸਾਧਨ ਹੈ? ਮੁੱਕਣਯੋਗ ਸਾਧਨ, ਨਾ ਮੁੱਕਣਯੋਗ ਸਾਧਨ ਜਾਂ ਦੋਵੇਂ? ਹਾਂਜੀ, ਹਵਾ ਕਿਸ ਪ੍ਰਕਾਰ ਦਾ ਸਾਧਨ ਹੈ ਵੀ? ਨਾ ਮੁੱਕਣਯੋਗ ਸਾਧਨ। ਠੀਕ ਹੈ। ਪ੍ਰਸ਼ਨ ਨੰਬਰ 2, ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਹਾਂਜੀ, ਭਾਰਤ ਵਿੱਚ ਕਿੰਨੇ ਕਿਸਮ ਦੀ ਮਿੱਟੀ ਪਾਈ ਜਾਂਦੀ ਹੈਗੀ? 6 ਕਿਸਮ ਦੀ। ਠੀਕ ਹੈ, ਇਹ ਤੁਸੀਂ ਨੋਟ ਕਰ ਲਿਓ। ਭਾਰਤ ਵਿੱਚ ਕਿੰਨੀ ਕਿਸਮ ਦੀ ਮਿੱਟੀ ਹੈ? 6 ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ, ਜਿਹਦੇ ਵਿੱਚ ਆਪਾਂ ਗੱਲ ਕਰੀਏ ਪਰਬਤੀ ਮਿੱਟੀ, ਜਲੋਢੀ ਮਿੱਟੀ, ਰੇਤਲੀ ਮਿੱਟੀ, ਲਾਲ ਮਿੱਟੀ, ਕਾਲੀ ਮਿੱਟੀ, ਲੈਟਰਾਈਟ ਮਿੱਟੀ। ਠੀਕ ਹੈ। ਪ੍ਰਸ਼ਨ ਨੰਬਰ 3 ਹੈ ਆਪਣਾ, ਹੇਠ ਲਿਖਿਆਂ ਵਿੱਚੋਂ ਕਿਹੜੀ ਅਨਾਜ ਫਸਲ ਨਹੀਂ ਹੈ? ਹਾਂਜੀ ਦੇਖੋ, ਕਣਕ, ਚਾਵਲ ਅਤੇ ਮੱਕੀ, ਇਹ ਤਿੰਨੋਂ ਹੀ ਨੇ ਜਿਹੜੀਆਂ ਇਹ ਅਨਾਜ ਫਸਲਾਂ ਨੇ। ਬਟ ਜਿਹੜੀ ਕੌਫੀ ਹੈਗੀ ਵੀ, ਇਹ ਕਿਹੜੀ ਫਸਲ ਹੈਗੀ? ਵਪਾਰਿਕ, ਜਿਹਨੂੰ ਪੇ ਬੋਲਦੇ ਨੇ। ਠੀਕ ਹੈ। ਪ੍ਰਸ਼ਨ ਨੰਬਰ 4, ਭੂਚਾਲ ਨੂੰ ਮਾਪਣ ਦਾ ਖੁੱਲ੍ਹਾ ਪੈਮਾਨਾ ਕਿਹੜਾ ਹੈ? ਹਾਂਜੀ, ਰਿਕਟਰ ਪੈਮਾਨਾ, ਮੌਰਕਾਲੀ ਪੈਮਾਨਾ, ਉਪਰੋਕਤ ਦੋਨੇ। ਹਾਂਜੀ, ਉਪਰੋਕਤ ਦੋਨੇ, ਇਹਨਾਂ ਦੋਨਾਂ ਦੇ ਨਾਲ ਹੀ ਭੂਚਾਲ ਨੂੰ ਮਾਪਿਆ ਜਾਂਦਾ ਹੈਗਾ। ਜਿਹੜਾ ਰਿਕਟਰ ਪੈਮਾਨਾ ਵੀ ਇਹਦੇ ਨਾਲ ਭੂਚਾਲ ਮਾਪਿਆ ਜਾਂਦਾ ਹੈਗਾ। ਠੀਕ ਹੈ, ਅਤੇ ਜਿਹੜਾ ਮੌਰਕਾਲੀ ਪੈਮਾਨਾ ਹੈਗਾ ਇਹਦੇ ਨਾਲ ਭੂਚਾਲ ਦੇ ਕਾਰਨ ਕਿੰਨਾ ਨੁਕਸਾਨ ਹੋਏਗਾ ਇਹ ਮਾਪਿਆ ਜਾਂਦਾ ਹੈਗਾ। ਪ੍ਰਸ਼ਨ ਨੰਬਰ 5, ਭਾਰਤ ਵਿੱਚ ਸਭ ਤੋਂ ਵੱਧ ਚਾਹ ਕਿਸ ਰਾਜ ਵਿੱਚ ਪੈਦਾ ਕੀਤੀ ਜਾਂਦੀ ਹੈ? ਹਾਂਜੀ, ਫਿਰ ਵਿਦਿਆਰਥੀਓ, ਭਾਰਤ ਵਿੱਚ ਸਭ ਤੋਂ ਵੱਧ ਚਾਹ ਕਿਹੜਾ ਰਾਜ ਪੈਦਾ ਕਰਦਾ ਹੈਗਾ? ਅਸਾਮ। ਠੀਕ ਹੈ, ਇਹ ਤੁਸੀਂ ਯਾਦ ਰੱਖਣਾ ਹੈਗਾ, ਕਿਉਂਕਿ ਸਾਨੂੰ ਇਹਦੇ ਵਿੱਚ ਇੱਕ ਨਕਸ਼ਾ ਕਾਰਜ ਵੀ ਆਏਗਾ। ਉਹਦੇ ਵਿੱਚ ਸਾਨੂੰ ਪੁੱਛਿਆ ਜਾਂਦਾ ਹੈਗਾ ਚਾਹ ਉਤਪਾਦਕ ਖੇਤਰ, ਤਾਂ ਆਪਾਂ ਕੀ ਭਰਾਂਗੇ ਫਿਰ ਉੱਥੇ? ਅਸਾਮ। ਪ੍ਰਸ਼ਨ ਨੰਬਰ 6, ਜਦੋਂ ਇੱਕ ਬਿਮਾਰੀ ਬਹੁਤ ਵੱਡੇ ਪੱਧਰ 'ਤੇ ਫੈਲ ਕੇ ਲੋਕਾਂ ਉੱਤੇ ਮਾਰੂ ਹਮਲਾ ਕਰਦੀ ਹੈ ਤਾਂ ਉਸ ਨੂੰ ਕੀ ਕਹਿੰਦੇ ਹਨ? ਹਾਂਜੀ, ਇਹੋ ਜਿਹੀ ਬਿਮਾਰੀ ਨੂੰ ਆਪਾਂ ਕੀ ਕਹਿੰਦੇ ਹੈਗੇ? ਮਹਾਂਮਾਰੀ। ਠੀਕ ਹੈ, ਕੀ ਕਹਿੰਦੇ ਵੀ? ਮਹਾਂਮਾਰੀ। ਹਾਂਜੀ, ਫਿਰ ਵਿਦਿਆਰਥੀਓ ਪ੍ਰਸ਼ਨ ਨੰਬਰ 7, ਪਲਾਸੀ ਦੀ ਲੜਾਈ ਅੰਗਰੇਜ਼ਾਂ ਅਤੇ ਕਿਸ ਨਵਾਬ ਦਰਮਿਆਨ ਹੋਈ? ਹਾਂਜੀ, ਪਲਾਸੀ ਦੀ ਲੜਾਈ ਜਿਹੜੀ ਕਿ 1757 ਦੇ ਵਿੱਚ ਹੋਈ ਸੀ, ਇਹ ਅੰਗਰੇਜ਼ਾਂ ਅਤੇ ਨਵਾਬ ਸਿਰਾਜੁੱਦੌਲਾ ਦੇ ਵਿਚਕਾਰ ਹੋਈ ਸੀ, ਜਿਹੜਾ ਕਿ ਬੰਗਾਲ ਦਾ ਨਵਾਬ ਸੀ। ਠੀਕ ਹੈ, ਅੰਗਰੇਜ਼ਾਂ ਅਤੇ ਨਵਾਬ ਸਿਰਾਜੁੱਦੌਲਾ ਦੇ ਵਿਚਕਾਰ ਹੋਈ ਸੀ। ਕਦੋਂ ਹੋਈ ਸੀ? 1757 ਦੇ ਵਿੱਚ। ਪ੍ਰਸ਼ਨ ਨੰਬਰ 8, ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਕਿੱਥੇ ਲਗਾਇਆ ਗਿਆ? ਹਾਂਜੀ, ਤਾਂ ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ ਲਗਾਇਆ ਗਿਆ ਮੁੰਬਈ ਜਾਂ ਬੰਬਈ। ਕਦੋਂ ਲਗਾਇਆ ਗਿਆ ਸੀ ਵੀ? 1853, 1853। ਪ੍ਰਸ਼ਨ ਨੰਬਰ 9, 1857 ਈਸਵੀ ਦਾ ਵਿਦਰੋਹ ਸਭ ਤੋਂ ਪਹਿਲਾਂ ਕਿੱਥੋਂ ਸ਼ੁਰੂ ਹੋਇਆ? ਹਾਂਜੀ ਪਿਆਰੇ ਵਿਦਿਆਰਥੀ, ਕਿੱਥੋਂ ਸ਼ੁਰੂ ਹੋਇਆ? ਬੈਰਕਪੁਰ ਤੋਂ। ਠੀਕ ਹੈ, ਬੈਰਕਪੁਰ ਛਾਉਣੀ ਤੋਂ। ਅਤੇ ਇਸ ਵਿਦਰੋਹ ਦਾ ਜਿਹੜਾ ਪਹਿਲਾ ਸ਼ਹੀਦ ਸੀ ਉਹਦਾ ਨਾਮ ਕੀ ਹੈ ਵੀ? ਮੰਗਲ ਪਾਂਡੇ। ਠੀਕ ਹੈ, ਯਾਦ ਰੱਖਣਾ ਹੈਗਾ, ਕਈ ਵਾਰੀ ਸ਼ਾਰਟ ਕੁਐਸਚਨ ਆ ਜਾਂਦਾ ਹੈ ਵੀ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਕੌਣ ਸੀ, ਤਾਂ ਆਪਾਂ ਲਿਖਾਂਗੇ ਉੱਥੇ ਮੰਗਲ ਪਾਂਡੇ। ਹਾਂਜੀ, ਪ੍ਰਸ਼ਨ ਨੰਬਰ 10 ਹੈ ਆਪਣਾ, ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਕਦੋਂ ਹੋਈ? ਹਾਂਜੀ, ਜਿਹੜੀ ਇੰਡੀਅਨ ਨੈਸ਼ਨਲ ਕਾਂਗਰਸ ਦੀ ਸਥਾਪਨਾ ਹੈਗੀ ਉਹ ਕਦੋਂ ਹੋਈ ਸੀ? 28 ਦਸੰਬਰ 1885। ਠੀਕ ਹੈ, ਕਿੱਥੇ ਹੋਈ ਸੀ? ਬੰਬਈ ਦੇ ਵਿੱਚ। ਠੀਕ ਹੈ, ਕਿਹਨਾਂ ਨੇ ਕੀਤੀ ਸੀ? A.O. ਹਿਊਮ। ਕਿਹਨੇ ਕੀਤੀ ਸੀ? A.O. ਹਿਊਮ। ਪ੍ਰਸ਼ਨ ਨੰਬਰ 11,
ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ? ਪੰਡਿਤ ਮੋਤੀ ਲਾਲ ਨਹਿਰੂ, ਸੀ ਆਰ ਦਾਸ, ਉਪਰੋਕਤ ਦੋਵੇਂ। ਹਾਂਜੀ, ਸਵਰਾਜ ਜਿਹੜੀ ਪਾਰਟੀ ਸੀ ਇਹਦੀ ਸਥਾਪਨਾ ਕਰਨ ਦੇ ਵਿੱਚ ਪੰਡਿਤ ਮੋਤੀ ਲਾਲ ਨਹਿਰੂ ਅਤੇ ਸੀ ਆਰ ਦਾਸ ਦੋਨਾਂ ਦਾ ਹੀ ਯੋਗਦਾਨ ਸੀ। ਇਸ ਕਰਕੇ ਆਪਾਂ ਇਹਦੇ ਲਈ ਈਡੀ ਆਪਸ਼ਨ ਸਹੀ ਕੀਤੀ ਹੈਗੀ, ਉਪਰੋਕਤ ਦੋਵੇਂ। ਪ੍ਰਸ਼ਨ ਨੰਬਰ 12, ਭਾਰਤ ਕਦੋਂ ਆਜ਼ਾਦ ਹੋਇਆ? ਹਾਂਜੀ, ਭਾਰਤ ਕਦੋਂ ਆਜ਼ਾਦ ਹੋਇਆ? ਇਹ ਤਾਂ ਬਹੁਤ ਸੌਖਾ ਹੈਗਾ, ਸਾਰੇ ਬੱਚਿਆਂ ਨੂੰ ਆਉਂਦਾ ਹੋਏਗਾ। ਹਾਂਜੀ, 15 ਅਗਸਤ 1947 ਨੂੰ ਜਿਹੜਾ ਸਾਡਾ ਭਾਰਤ ਸੀ ਉਹ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਿਆ ਸੀ। ਹਾਂਜੀ, ਪ੍ਰਸ਼ਨ ਨੰਬਰ 13, ਭਾਰਤੀ ਸੰਵਿਧਾਨ ਵਿੱਚ ਕਿੰਨੇ ਮੌਲਿਕ ਅਧਿਕਾਰ ਦਰਜ ਕੀਤੇ ਗਏ ਹਨ? ਹਾਂਜੀ, ਭਾਰਤੀ ਸੰਵਿਧਾਨ ਦੇ ਵਿੱਚ ਹੁਣ ਕੁੱਲ ਮੌਲਿਕ ਅਧਿਕਾਰ ਕਿੰਨੇ ਹੈਗੇ? 6। ਠੀਕ ਹੈ, ਅਤੇ ਮੌਲਿਕ ਕਰਤੱਵ ਕਿੰਨੇ ਵੀ ਸਾਡੇ? 11। ਠੀਕ ਹੈ, ਅਧਿਕਾਰ ਸਾਡੇ 6 ਨੇ ਅਤੇ ਕਰਤੱਵ ਸਾਡੇ 11 ਨੇ, ਯਾਦ ਰੱਖਣਾ ਗਾ। ਹਾਂਜੀ, ਪ੍ਰਸ਼ਨ ਨੰਬਰ 14 ਹੈ, ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹਨ? ਹਾਂਜੀ ਪਿਆਰੇ ਵਿਦਿਆਰਥੀਓ, ਆਦਰਸ਼ਾਂ ਲਈ ਕਾਨੂੰਨ ਕਿੱਥੇ ਦਰਜ ਹਨ? ਭਾਰਤੀ ਸੰਵਿਧਾਨ ਦੇ ਵਿੱਚ। ਪ੍ਰਸ਼ਨ ਨੰਬਰ 15, EVM ਦਾ ਪੂਰਾ ਨਾਮ ਕੀ ਹੈ? ਹਾਂਜੀ ਪਿਆਰੇ ਵਿਦਿਆਰਥੀਓ, EVM ਦਾ ਪੂਰਾ ਨਾਮ ਹੈ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਪੂਰਾ ਆਪਸ਼ਨ ਜਿਹੜੀ ਸਹੀ ਹੈ ਆਪਣੇ ਕੋਲ, ਇਲੈਕਟ੍ਰੋਨਿਕ ਵੋਟਿੰਗ ਮਸ਼ੀਨ। ਹਾਂਜੀ ਬੇਟਾ, ਨੈਕਸਟ ਹੈ ਵੀ ਆਪਣਾ ਭੂਗੋਲ ਭਾਗ। ਤਾਂ ਭੂਗੋਲ ਜੋ ਭਾਗ ਹੈ ਪਿਆਰੇ ਵਿਦਿਆਰਥੀਓ, ਉਹ ਤੁਹਾਨੂੰ ਆਏਗਾ 21 ਅੰਕਾਂ ਦਾ। ਠੀਕ ਹੈ, 21 ਨੰਬਰ ਦਾ ਸਾਨੂੰ ਭੂਗੋਲ ਭਾਗ ਦੇ ਵਿੱਚੋਂ ਪ੍ਰਸ਼ਨ ਹੋਣਗੇ। ਉਹਦੇ ਵਿੱਚ ਆਪਣੇ ਕੋਲ ਪਹਿਲਾ ਹੈ ਵੀ ਫਸਟ ਖਾਲੀ ਥਾਂ ਹੈ ਆਪਣੇ ਕੋਲ, ਡੈਸ਼ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ। ਹਾਂਜੀ ਬੇਟਾ, ਕਿਹੜੇ ਮੰਨੇ ਜਾਂਦੇ ਵੀ? ਸ਼ਕਤੀ ਸਾਧਨ। ਠੀਕ ਹੈ, ਸ਼ਕਤੀ ਸਾਧਨ। ਸ਼ਕਤੀ ਸਾਧਨ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ। ਨੰਬਰ 2, ਭਾਰਤ ਦੇ ਕੁੱਲ ਖੇਤਰ ਦਾ ਡੈਸ਼ ਭਾਗ ਮੈਦਾਨੀ ਹੈ। ਹਾਂਜੀ, ਕਿੰਨੇ % ਭਾਗ ਹੈ ਵੀ? 43%। 43% ਭਾਗ ਮੈਦਾਨੀ। ਠੀਕ ਹੈ, ਕਿੰਨਾ ਹੈ? 43%। ਹਾਂਜੀ, ਇਸ ਤੋਂ ਬਾਅਦ ਹੇਠ ਲਿਖਿਆਂ ਵਿੱਚੋਂ ਦੱਸੋ ਕਿਹੜਾ ਕਥਨ ਸਹੀ ਜਾਂ ਗਲਤ ਹੈ? ਸਹੀ ਗਲਤ ਨੇ ਆਪਣੇ ਕੋਲ 2। ਪੰਜਾਬ ਦੇ ਮਾਲਵਾ ਖੇਤਰ ਵਿੱਚ ਕਪਾਹ ਨੂੰ ਚਿੱਟਾ ਸੋਨਾ ਕਿਹਾ ਜਾਂਦਾ ਹੈਗਾ। ਹਾਂਜੀ, ਇਹ ਬਿਲਕੁਲ ਸਹੀ ਹੈਗਾ। ਪੰਜਾਬ ਦਾ ਜੋ ਮਾਲਵਾ ਖੇਤਰ ਹੈਗਾ ਉਹ ਕਪਾਹ ਉਗਾਉਣ ਦੇ ਲਈ ਪ੍ਰਸਿੱਧ ਹੈ, ਇਸ ਕਰਕੇ ਕਪਾਹ ਨੂੰ ਉੱਥੇ ਚਿੱਟਾ ਸੋਨਾ ਵੀ ਕਿਹਾ ਜਾਂਦਾ ਹੈ। ਨੰਬਰ 4, ਜੰਗਲਾਂ ਦੀ ਕਟਾਈ ਨਾਲ ਭੂਮੀ ਖਿਸਕਣ ਘੱਟ ਹੁੰਦਾ ਹੈ। ਹਾਂਜੀ, ਇਹ ਸਹੀ ਹੈ? ਨਹੀਂ, ਇਹ ਕੀ ਹੈ? ਗਲਤ ਹੈ। ਜਿੰਨੀ ਜ਼ਿਆਦਾ ਜੰਗਲਾਂ ਦੀ ਕਟਾਈ ਹੋਏਗੀ ਭੂਮੀ ਖਿਸਕਣ ਉਨਾ ਜ਼ਿਆਦਾ ਹੁੰਦਾ ਹੈਗਾ, ਯਾਨੀ ਕਿ ਜੰਗਲਾਂ ਦੀ ਕਟਾਈ ਨਾਲ ਭੂਮੀ ਖਿਸਕਣ ਵੱਧ ਹੁੰਦਾ ਹੈਗਾ। ਹਾਂਜੀ, ਇਸ ਤੋਂ ਬਾਅਦ ਪ੍ਰਸ਼ਨ ਨੰਬਰ 3, ਪ੍ਰਸ਼ਨ ਹੈਗੇ ਵੀ ਆਪਣੇ ਕੋਲ 2-2 ਅੰਕਾਂ ਵਾਲੇ ਪ੍ਰਸ਼ਨ ਨੇ। ਪਹਿਲਾ ਪ੍ਰਸ਼ਨ ਆਪਣਾ, ਕੁਦਰਤੀ ਸਾਧਨ ਕਿਹੜੇ ਹਨ? ਇਹ ਸਾਨੂੰ ਕੌਣ ਪ੍ਰਦਾਨ ਕਰਦਾ ਹੈ? ਹਾਂਜੀ, ਤਾਂ ਪਿਆਰੇ ਵਿਦਿਆਰਥੀਓ, ਕੁਦਰਤੀ ਸਾਧਨ ਕਿਹੜੇ ਹੈਗੇ? ਹਵਾ, ਪਾਣੀ, ਭੂਮੀ, ਸੂਰਜ ਦੀ ਰੋਸ਼ਨੀ। ਠੀਕ ਹੈ, ਇਹ ਸਾਰੇ ਕੁਦਰਤੀ ਸਾਧਨ ਹਨ ਅਤੇ ਇਹ ਸਾਨੂੰ ਕੌਣ ਪ੍ਰਦਾਨ ਕਰਦਾ ਵੀ? ਇਹ ਸਾਨੂੰ ਕੁਦਰਤ ਵੱਲੋਂ ਮਿਲਦੇ ਹੈਗੇ। ਠੀਕ ਹੈ, ਹਵਾ, ਪਾਣੀ, ਭੂਮੀ ਅਤੇ ਸੂਰਜ ਦੀ ਰੋਸ਼ਨੀ ਆਦਿ ਕੁਦਰਤੀ ਸਾਧਨ ਹਨ। ਇਹ ਸਾਰੇ ਸਾਨੂੰ ਕੁਦਰਤ ਵੱਲੋਂ ਪ੍ਰਾਪਤ ਹੁੰਦੇ ਹੈਗੇ। ਠੀਕ ਹੈ, ਤਾਂ ਇਹ ਆਪਣਾ 2 ਨੰਬਰ ਦਾ ਪਹਿਲਾ ਕੁਐਸਚਨ ਸੀ। ਦੂਸਰਾ ਪ੍ਰਸ਼ਨ ਹੈ, ਭੂਚਾਲ ਤੋਂ ਤੁਹਾਡਾ ਕੀ ਭਾਵ ਹੈ? ਹਾਂਜੀ, ਧਰਤੀ ਦੇ ਹਿੱਲਣ ਨੂੰ ਆਪਾਂ ਕੀ ਕਹਿੰਦੇ ਹੈਗੇ? ਭੂਚਾਲ। ਤਾਂ ਆਪਾਂ ਇਹਨੂੰ ਲਿਖਾਂਗੇ ਵੀ ਧਰਤੀ ਦੇ ਹਿੱਲਣ ਨੂੰ ਭੂਚਾਲ ਕਿਹਾ ਜਾਂਦਾ ਗਾ। ਇਸ ਨੂੰ ਕਿਵੇਂ ਮਾਪਿਆ ਜਾਂਦਾ ਗਾ? ਰਿਕਟਰ ਸਕੇਲ ਦੀ ਮਦਦ ਨਾਲ। ਧਰਤੀ ਦੇ ਹਿੱਲਣ ਨੂੰ ਭੂਚਾਲ ਕਿਹਾ ਜਾਂਦਾ ਗਾ, ਇਸ ਨੂੰ ਰਿਕਟਰ ਸਕੇਲ ਦੀ ਮਦਦ ਦੇ ਨਾਲ ਮਾਪਿਆ ਜਾਂਦਾ ਹੈ। ਠੀਕ ਹੈ ਜੀ, ਤਾਂ ਇਹ 2-2 ਅੰਕ ਵਾਲੇ ਬਹੁਤ ਸੌਖੇ ਕੁਐਸਚਨ ਸੀ। ਅਗੇ ਪ੍ਰਸ਼ਨ ਨੰਬਰ 4, ਇਹ ਜੋ ਪ੍ਰਸ਼ਨ ਹੈਗੇ ਤੁਹਾਡੇ ਇਹ 3-3 ਅੰਕਾਂ ਵਾਲੇ ਹੈਗੇ। ਠੀਕ ਹੈ, 2 ਕੁਐਸਚਨ ਸਾਨੂੰ ਦਿੱਤੇ ਹੈਗੇ, ਉਹਨਾਂ ਦੇ ਵਿੱਚੋਂ ਆਪਾਂ ਜਾਂ ਵਾਲੇ ਹੈਗੇ, ਇੱਕ ਕਰਨਾ ਦੋਨਾਂ ਦੇ ਵਿੱਚੋਂ। ਠੀਕ ਹੈ, ਜਿਵੇਂ ਪਹਿਲਾ ਹੈਗਾ ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪਸ਼ਟ ਕਰੋ। ਮਿੱਟੀ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ? ਠੀਕ ਹੈ, ਇਸ ਤੋਂ ਬਾਅਦ ਅਗਲਾ ਜਿਹੜਾ ਪ੍ਰਸ਼ਨ ਹੈ 2 ਦੇ ਵਿੱਚ ਖੇਤੀ ਦੀਆਂ ਕਿਸਮਾਂ ਦੇ ਨਾਮ ਦੱਸ ਕੇ ਸੰਘਣੀ ਅਤੇ ਵਿਸ਼ਾਲ ਖੇਤੀ ਵਿੱਚ ਅੰਤਰ। ਖਣਿਜ ਪਦਾਰਥ ਸਾਨੂੰ ਕਿੱਥੋਂ ਪ੍ਰਾਪਤ ਹੁੰਦੇ ਹਨ? ਇਹਨਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈਗੀ? ਠੀਕ ਹੈ, ਇਹਨਾਂ ਦੇ ਵਿੱਚ ਤੁਸੀਂ ਇੱਕ ਕੁਐਸਚਨ ਹੈ ਜਿਹੜਾ ਉਹ ਕਰਨਾ ਗਾ। ਠੀਕ ਹੈ, ਇਹ ਤਾਂ ਮੈਂ ਤੁਹਾਨੂੰ ਨਹੀਂ ਲਿਖਾਵਾਂਗਾ ਕਿਉਂਕਿ ਅਗਰ ਇਸ ਦੇ ਨਾਲ ਫਿਰ ਜਿਹੜੀ ਸਾਡੀ ਵੀਡੀਓ ਹੋਗੀ ਕਾਫੀ ਲੰਬੀ ਹੋ ਜਾਏਗੀ। ਤੁਸੀਂ ਇਹਨਾਂ ਨੂੰ ਆਪਣੀ ਬੁੱਕਸ ਦੇ ਵਿੱਚ ਜਾਂ ਕਾਪੀਜ਼ ਦੇ ਵਿੱਚ ਜਿੱਥੇ ਤੁਸੀਂ ਇਹ ਕੁਐਸਚਨ ਲਿਖੇਗੇ ਉੱਥੇ ਤੁਸੀਂ ਇਹਨਾਂ ਨੂੰ ਯਾਦ ਕਰ ਲਿਓ। ਠੀਕ ਹੈ, ਇਸ ਤੋਂ ਬਾਅਦ ਆਪਣਾ ਪਿਆਰੇ ਵਿਦਿਆਰਥੀਓ ਨਕਸ਼ਾ ਕਾਰਜ। ਠੀਕ ਹੈ,
10 ਸਾਨੂੰ ਪੁਆਇੰਟ ਦਿੱਤੇ ਹੈਗੇ, ਇਹਦੇ ਵਿੱਚ ਆਪਾਂ ਕਿੰਨੇ ਭਰਨੇ ਹੈਗੇ? 7 ਭਰਨੇ ਹੈਗੇ। ਕਿੰਨੇ ਅੰਕਾਂ ਦੇ ਨੇਗੇ? 7 ਅੰਕਾਂ ਦੇ। ਠੀਕ ਹੈ, ਨਕਸ਼ਾ ਕਾਰਜ ਬਹੁਤ ਸੌਖਾ ਹੁੰਦਾ ਹੈਗਾ ਅਤੇ 7 ਨੰਬਰ ਸਾਡੇ ਬਿਲਕੁਲ ਮੁਫਤ ਦੇ ਹੈਗੇ ਅਗਰ ਤੁਹਾਨੂੰ ਇਹ ਪਤਾ ਵੀ ਕਿਹੜਾ ਸਥਾਨ ਕਿੱਥੇ ਭਰਨਾ ਹੈਗਾ। ਠੀਕ ਹੈ, ਤਾਂ ਆਓ ਆਪਾਂ ਇੱਕ ਇੱਕ ਕਰਕੇ ਜਿਹੜਾ ਇਹ ਸਥਾਨ ਹੈਗੇ ਮੈਪ ਦੇ ਵਿੱਚ ਭਰਦੇ ਹੈਗੇ। ਪਹਿਲਾਂ ਨੂੰ ਪੜ੍ਹ ਲਓ ਧਿਆਨ ਦੇ ਨਾਲ। ਪਹਿਲਾ ਹੈਗਾ ਜਲੋੜੀ ਮਿੱਟੀ ਦਾ ਖੇਤਰ, ਭਾਰਤ ਦਾ ਇੱਕ ਉੱਤਰੀ ਮੈਦਾਨ, ਗੰਗਾ ਦਰਿਆ, ਕਪਾਹ ਖੇਤਰ, ਕਣਕ ਖੇਤਰ, ਚਾਵਲ ਖੇਤਰ, ਚਾਹ ਖੇਤਰ, ਪਟਸਨ ਖੇਤਰ, ਸਦਾਬਹਾਰ ਜੰਗਲ ਵਾਲਾ ਖੇਤਰ ਅਤੇ ਪਰਬਤੀ ਬਨਸਪਤੀ। ਠੀਕ ਹੈ, ਆਓ ਆਪਾਂ ਇਹਨੂੰ ਖਾਲੀ ਨਕਸ਼ੇ ਦੇ ਵਿੱਚ ਭਰ ਕੇ ਸਿੱਖ। ਤਾਂ ਫਿਰ ਵਿਦਿਆਰਥੀਓ ਇੱਕ ਆਪਣੇ ਕੋਲ ਭਾਰਤ ਦਾ ਖਾਲੀ ਨਕਸ਼ਾ ਹੈ। ਇਹਦੇ ਵਿੱਚ ਸਾਨੂੰ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਸੀ ਉਹ ਸੀ ਜਲੋੜੀ ਮਿੱਟੀ ਦਾ ਇੱਕ ਖੇਤਰ। ਠੀਕ ਹੈ, ਤਾਂ ਆਹ ਜਿਹੜਾ ਸਾਰਾ ਖੇਤਰ ਹੈ ਇਹ ਸਾਰਾ ਸਾਡਾ ਜਲੋੜੀ ਮਿੱਟੀ ਦਾ ਖੇਤਰ ਹੈ। ਤਾਂ ਇੱਥੇ ਅਸੀਂ ਨੰਬਰ 1 ਲਿਖ ਦਾਂਗੇ। ਠੀਕ ਹੈ, ਨਾਲ ਲਿਖਾਂਗੇ ਜਲੋੜੀ ਮਿੱਟੀ ਦਾ ਖੇਤਰ। ਠੀਕ ਹੈ, ਜਲੋੜੀ ਮਿੱਟੀ ਦਾ ਇੱਕ ਖੇਤਰ। ਤਾਂ ਨੰਬਰ 2 'ਤੇ ਹੈ ਜੋ ਆਪਣੇ ਕੋਲ ਉਹ ਹੈ ਆਪਣੇ ਕੋਲ ਭਾਰਤ ਦਾ ਇੱਕ ਉੱਤਰੀ ਮੈਦਾਨ। ਠੀਕ ਹੈ, ਆਹ ਜਿਹੜੇ ਸਾਰੇ ਮੈਦਾਨ ਨੇ ਜਿੱਥੇ ਨਿਸ਼ਾਨ ਲਾਏ ਗਏ ਆਪਾਂ ਇਹ ਸਾਰੇ ਹੀ ਭਾਰਤ ਦੇ ਉੱਤਰੀ ਮੈਦਾਨ ਹੈਗੇ। ਤਾਂ ਇੱਥੇ ਆਪਾਂ ਨੰਬਰ 2 ਲਿਖ ਦਾਂਗੇ ਭਾਰਤ ਦੇ ਉੱਤਰੀ ਮੈਦਾਨ। ਠੀਕ ਹੈ, ਨੰਬਰ 3 'ਤੇ ਹੈ ਆਪਣੇ ਕੋਲ ਗੰਗਾ ਦਰਿਆ। ਠੀਕ ਹੈ, ਤਾਂ ਇਸ ਸਾਈਡ ਤੋਂ ਆਹ ਜਿਹੜਾ ਸਾਡੇ ਕੋਲ ਹੈ ਇਹ ਹੈ ਆਪਣੇ ਕੋਲ ਗੰਗਾ ਦਰਿਆ। ਠੀਕ ਹੈ, ਇੱਥੇ ਆਪਾਂ ਨੰਬਰ 3 ਲਿਖ ਦਾਂਗੇ। ਆਹ ਜਿਹੜਾ ਇੱਕ ਬਣਾਇਆ ਗਿਆ ਮੈंने ਬਲੂ ਕਲਰ ਦਾ ਇਹ ਸਾਡੇ ਕੋਲ ਗੰਗਾ ਦਰਿਆ ਹੈ। ਹਾਂਜੀ, ਅਤੇ ਨੰਬਰ 4 'ਤੇ ਹੈ ਪਿਆਰੇ ਵਿਦਿਆਰਥੀ ਆਪਣੇ ਕੋਲ ਕਪਾਹ ਖੇਤਰ। ਠੀਕ ਹੈ, ਤਾਂ ਮਹਾਰਾਸ਼ਟਰ ਦੇ ਵਿੱਚ ਸਭ ਤੋਂ ਵੱਧ ਕਪਾਹ ਹੁੰਦੀ ਹੈਗੀ। ਠੀਕ ਹੈ, ਤਾਂ ਇਹ ਜਿਹੜਾ ਸਾਡੇ ਕੋਲ ਨੰਬਰ 4 'ਤੇ ਆ ਗਿਆ ਇਹ ਆ ਜਾਏਗਾ ਸਾਡੇ ਕੋਲ ਕਪਾਹ ਖੇਤਰ। ਠੀਕ ਹੈ, ਨੰਬਰ 5 'ਤੇ ਜੋ ਹੈ ਉਹ ਹੈ ਆਪਣੇ ਕੋਲ ਕਣਕ ਖੇਤਰ। ਠੀਕ ਹੈ, ਆਹ ਜਿੱਥੇ ਆਪਾਂ ਜਲੋੜੀ ਮੈਦਾਨ ਬਣਾਏ ਸੀ। ਠੀਕ ਹੈ, ਉੱਤਰੀ ਵਿਸ਼ਾਲ ਮੈਦਾਨ ਬਣਾਏ ਸੀ ਇਹ ਸਾਰੇ ਹੀ ਕਣਕ ਪੈਦਾ ਕਰਨ ਵਾਲੇ ਹੈਗੇ। ਇਸ ਕਰਕੇ ਅਸੀਂ ਇਹਨੂੰ ਨੰਬਰ 5 ਲਿਖ ਦਾਂਗੇ ਕਣਕ। ਆਹ ਜੋ ਸਾਰਾ ਖੇਤਰ ਹੈਗਾ। ਠੀਕ ਹੈ, ਉੱਤਰੀ ਵਿਸ਼ਾਲ ਮੈਦਾਨ, ਠੀਕ ਹੈ, ਜਲੋੜੀ ਮਿੱਟੀ ਦੇ ਖੇਤਰ ਅਤੇ ਕਣਕ ਉਤਪਾਦਕ ਖੇਤਰ। ਇਹਨਾਂ ਲਈ ਅਸੀਂ ਸਿਰਫ ਆਹ ਜਿਹੜਾ ਸਥਾਨ ਹੈਗਾ ਇਹ ਭਰਨਾ ਗਾ ਸਾਰਾ। ਠੀਕ ਹੈ, ਯਾਦ ਰੱਖਣਾ ਗਾ ਤੁਸੀਂ ਇਹ। ਇਸ ਤੋਂ ਬਾਅਦ ਚਾਵਲ ਉਤਪਾਦਕ ਖੇਤਰ। ਤਾਂ ਜੋ ਚਾਵਲ ਉਤਪਾਦਕ ਖੇਤਰ ਹੈ ਉਹਦੇ ਲਈ ਆਪਾਂ ਭਰਾਂਗੇ ਪੱਛਮੀ ਬੰਗਾਲ। ਠੀਕ ਹੈ, ਠੀਕ ਹੈ, ਆਹ ਖੇਤਰ ਹੈ ਜਿਹੜਾ ਸਾਡਾ ਇਹ ਸਾਡੇ ਕੋਲ ਚਾਵਲ ਉਤਪਾਦਨ ਦਾ ਹੈਗਾ ਪੱਛਮੀ ਬੰਗਾਲ। ਠੀਕ ਹੈ, ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਚਾਹ ਉਤਪਾਦਕ ਖੇਤਰ। ਤਾਂ ਆਹ ਵਾਲਾ ਜੋ ਖੇਤਰ ਹੈ ਠੀਕ ਹੈ ਇਹ ਸਾਡੇ ਕੋਲ ਚਾਹ ਉਤਪਾਦਕ ਖੇਤਰ ਆ ਜਾਏਗਾ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਪਟਸਨ। ਤਾਂ ਪਟਸਨ ਵੀ ਪੱਛਮੀ ਬੰਗਾਲ ਦੇ ਵਿੱਚ ਹੈ। ਠੀਕ ਹੈ, ਦੇਖੋ ਪੱਪੇ ਤੇ ਪਟਸਨ, ਪੱਪੇ ਤੇ ਪੱਛਮੀ ਬੰਗਾਲ, ਯਾਨੀ ਕਿ ਪੱਛਮੀ ਬੰਗਾਲ ਦੇ ਵਿੱਚ 2 ਫਸਲਾਂ ਹੋ ਗਈਆਂ ਪਟਸਨ ਅਤੇ ਚਾਵਲ। ਠੀਕ ਹੈ, ਇਸ ਤੋਂ ਬਾਅਦ ਬੇਟਾ ਆਪਣੇ ਕੋਲ ਆ ਗਿਆ ਸਦਾਬਹਾਰ ਜੰਗਲ। ਠੀਕ ਹੈ, ਤਾਂ ਆਹ ਜੋ ਖੇਤਰ ਹੈ ਅਸਾਮ ਵਾਲਾ, ਆਹ ਜਿੱਥੇ ਆਪਾਂ ਚਾਹ ਭਰੀ ਹੈਗੀ ਇਹ ਸਾਰੇ ਹੀ ਸਦਾਬਹਾਰ ਜੰਗਲਾਂ ਵਾਲੇ ਖੇਤਰ ਹੈਗੇ। ਠੀਕ ਹੈ, ਇਸ ਤੋਂ ਬਾਅਦ ਆਪਣੇ ਕੋਲ ਜੋ ਇੱਕ ਖੇਤਰ ਹੈ ਉਹ ਹੈ ਪਰਬਤੀ ਬਨਸਪਤੀ ਦਾ ਖੇਤਰ। ਠੀਕ ਹੈ, ਤਾਂ ਜੋ ਜੰਮੂ ਕਸ਼ਮੀਰ ਲੇਹ ਲਦਾਖ ਵਾਲਾ ਖੇਤਰ ਹੈਗਾ ਇਹ ਸਾਡੇ ਕੋਲ ਪਰਬਤੀ ਬਨਸਪਤੀ ਵਾਲਾ ਖੇਤਰ ਹੈ। ਠੀਕ ਹੈ, ਨਕਸ਼ਾ ਬਹੁਤ ਸੌਖਾ ਹੈਗਾ, ਇਹਨੂੰ ਧਿਆਨ ਨਾਲ ਭਰਨਾ ਹੈਗਾ ਕਿਉਂਕਿ ਇਹਦੇ ਵਿੱਚੋਂ ਸਾਡੇ 7 ਦੇ ਵਿੱਚੋਂ 7 ਨੰਬਰ ਹੈ ਜਿਹੜੇ ਉਹ ਆ ਸਕਦੇ ਹੈਗੇ। ਠੀਕ ਹੈ, ਇਹ ਆਪਾਂ ਜ਼ਰੂਰ ਲਿਖਣਾ ਹੈਗਾ ਨਾਲ ਜਿੱਥੇ ਆਪਾਂ ਭਰਿਆ ਹੈਗਾ ਵੀ ਇਹ ਕਿਹੜਾ ਖੇਤਰ ਹੈਗਾ। ਨੰਬਰ ਪਾ ਦੇਣਾ ਹੈਗਾ, ਜਿਵੇਂ ਇਹ ਨੰਬਰ 10 ਹੈਗਾ ਨਾਲ ਇਹਦੇ ਲਿਖ ਦੇਣਾ ਹੈਗਾ ਪੈਨਸਿਲ ਨਾਲ ਪਰਬਤੀ ਬਨਸਪਤੀ ਦਾ ਖੇਤਰ। ਅਤੇ ਇਹ ਧਿਆਨ ਦੇਣ ਯੋਗ ਗੱਲ ਹੈਗੀ ਵੀ ਨਕਸ਼ਾ ਆਪਾਂ ਪੈਨਸਿਲ ਨਾਲ ਭਰਨਾ ਹੈਗਾ ਨਾ ਕਿ ਪੈਨ ਨਾਲ। ਠੀਕ ਹੈ ਜੀ। ਹਾਂਜੀ ਪਿਆਰੇ ਵਿਦਿਆਰਥੀ, ਨੈਕਸਟ ਆਪਣਾ ਜੋ ਭਾਗ ਹੈ ਉਹ ਹੈ ਇਤਿਹਾਸ ਦਾ। ਇਤਿਹਾਸ ਸਾਡੇ ਕੋਲ 20 ਅੰਕਾਂ ਦਾ ਹੈਗਾ। ਸਭ ਤੋਂ ਪਹਿਲਾਂ ਖਾਲੀ ਥਾਵਾਂ ਭਾਰਤ ਵਿੱਚ 16ਵੀਂ ਸਦੀ ਵਿੱਚ ਡੈਸ਼ ਕਾਲ ਸੀ। ਹਾਂਜੀ 16ਵੀਂ ਸਦੀ ਦੇ ਵਿੱਚ ਭਾਰਤ ਦੇ ਵਿੱਚ ਕਿਹੜਾ ਕਾਲ ਸੀ? ਮੱਧ ਕਾਲ। ਠੀਕ ਹੈ, ਕਿਹੜਾ ਕਾਲ ਸੀ? ਮੱਧ ਕਾਲ। ਨੰਬਰ 2 ਠੇਕੇਦਾਰ ਕਿਸਾਨਾਂ ਨੂੰ ਵੱਧ ਤੋਂ ਵੱਧ ਡੈਸ਼ ਸੀ ਕੀ ਕਰਦੇ ਸੀ ਵੀ ਲੁੱਟਦੇ ਸੀ। ਜਿਹੜੇ ਠੇਕੇਦਾਰ ਸੀ ਉਹ ਕਿਸਾਨਾਂ ਨੂੰ ਵੱਧ ਤੋਂ ਵੱਧ ਲੁੱਟਦੇ ਸਨ। ਠੀਕ ਹੈ, ਅੱਗੇ ਸਹੀ ਗਲਤ ਨੇ ਆਪਣੇ ਕੋਲ 2 ਭਾਰਤੀ ਸ਼ਹਿਰਾਂ ਅਤੇ ਪਿੰਡਾਂ ਦੇ ਉਦਯੋਗਾਂ ਦੇ ਪਤਨ ਨਾਲ ਕਾਰੀਗਰ ਬੇਕਾਰ ਹੋ ਗਏ। ਹਾਂਜੀ ਬਿਲਕੁਲ ਸਹੀ ਹੈ, ਜਦੋਂ ਅੰਗਰੇਜ਼ਾਂ ਨੇ ਵੱਡੇ ਵੱਡੇ ਉਦਯੋਗ ਲਗਾ ਲਏ, ਕੱਚਾ ਮਾਲ ਮਹਿੰਗਾ ਕਰਤਾ ਤਾਂ ਭਾਰਤ ਦੇ ਜਿਹੜੇ ਛੋਟੇ ਛੋਟੇ ਉਦਯੋਗ ਸੀ ਉਹ ਨਸ਼ਟ ਹੋ ਗਏ। ਉਹਦੇ ਨਾਲ ਜਿਹੜੇ ਉਹਨਾਂ ਉਦਯੋਗਾਂ ਦੇ ਵਿੱਚ ਕੰਮ ਕਰਨ ਵਾਲੇ ਵਿਅਕਤੀ ਸੀ ਉਹ ਕੀ ਹੋ ਗਏ? ਬੇਕਾਰ ਹੋ ਗਏ, ਬੇਰੁਜ਼ਗਾਰ ਹੋ ਗਏ। ਨਾਨਾ ਸਾਹਿਬ ਦਾ ਪ੍ਰਸਿੱਧ ਜਰਨੈਲ ਡੈਸ਼ ਸੀ। ਹਾਂਜੀ ਕੀ ਨਾਮ ਸੀ ਉਹਨਾਂ ਦਾ?
ਤਾਂਤੀਆ ਟੋਪੇ। ठीक है, की नाम सी? तांतिया टोपे। ठीक है, हाँ जी। इस तो बाद अपने को प्रश्न है छोटे 1857 के विद्रोह के किहड़े दो राजनीतिक कारण सी? हाँ जी, पहला राजनीतिक कारण सी नाना साहब की पेंशन बंद कर देना, है ना। दूसरा राजनीतिक कारण सी लैप्स की नीति, जिहड़ी कि लॉर्ड डलहौजी द्वारा अपनाई गई सी। ठीक है, आबदत दे नाल माड़ा व्यवहार। ठीक है, तो ये दो तीन जिहड़े कारण सी ये आपां लिख देने इहदे विच। इस तो अगे प्रश्न नंबर 2 है रैगूलेटिंग एक्ट ते नोट लिखो। हाँ जी, जिहड़ा रैगूलेटिंग एक्ट सी ये अंग्रेज़ों के वलों बनाया गया एक एक्ट सी, जिस दा मकसद जिहड़ी ईस्ट इंडिया कंपनी सी, ठीक है, उस दे उपर ब्रिटिश कंट्रोल स्थापित करना सी। ठीक है, हाँ जी। इस तो बाद अगे अपने को दो जिहड़े प्रश्न है, ठीक है, कुल साडे कोल 4 प्रश्न होणगे अगे 3-3 अंकां दे। उन्हां दे विच आपां एक क्वेश्चन करना गा, जां वाली क्वेश्चन नहीं। ठीक है, इन्हां दोनों दे विच एक करना है आपां ने। अगे जिहड़ा सैकेंड क्वेश्चन उहदे विच भी 2 ने, उन्हां दे विच भी जां है। देखो तो जिते जां आ गई आपां उहदे विचों एक क्वेश्चन करना गा। कुल किन्ने क्वेश्चन करने? 4, जिहड़े कि किन्ने अंक दे गए? 3-3 अंक दे। ठीक है, इहदे विचों भी आपां जो तीसरा क्वेश्चन है इहदे विचों भी एक क्वेश्चन करना गा। ठीक है, जो चौथा क्वेश्चन है इस दे विच भी आपां एक क्वेश्चन करना गा। ये तुसीं तुहाडी बुक्स के उपर या कॉपीज़ के उपर तुसीं टिक कीते है लिखे गए, उत्थों तुसीं इन्हां नूं ध्यान दे नाल याद कर लिओ। ठीक है, इस तो बाद आपां हल करदे हां तुहाडा जिहड़ा नागरिक शास्त्र का भाग है 14 अंकां का। उहदे विच सब तो पहलां खाली थावां तां नंबर 1 है लोक सभा के मैंबरां की कुल गिणती डैश है। हाँ जी, लोक सभा के मैंबरां की कुल गिणती कितनी है? 545। 545। हाँ जी, नंबर 2 केवल धन बिल ही डैश विच पेश किया जा सकता है। हाँ जी, धन बिल कित्थे पेश किया जाता विद्यार्थियों? लोक सभा दे विच। ठीक है, सधारण बिल संसद के किसी भी सदन में पेश किया जा सकता है, पर जिहड़ा धन बिल वित्त बिल है वो सिर्फ कित्थे पेश किया जा सकता है? लोक सभा दे विच। हाँ जी, अगे सही गलत दे निशान लगाने। तो पहला है अपने को लोक सभा एक स्थाई सदन है। हाँ जी, सही है? नहीं, गलत है। लोक सभा एक अस्थाई सदन है, इनू भंग किया जा सकता है। ठीक है, जिहड़ी राज सभा हैगी वो स्थाई सदन है। नंबर 2 भारत विच कानून का शासन चलता है। हाँ जी, ये सही है। ठीक है, पहला गलत सी, दूजा सही है। हाँ जी, इस तो बाद प्रश्न है अपने को न्यायपालिका की निरपक्षता तो की भाव है? हाँ जी बेटा, भारतीय संविधान के अनुसार न्यायपालिका नूं निरपक्ष बनाया गया गा। इसनूं कार्यपालिका ते विधानपालिका तो सुतंत्र रखा गया गा, तां जो न्यायपालिका बिना किसी डर, लालच या दबाव तो सुतंत्रतापूर्वक अपने फैसले सुना सके। ठीक है, तो प्रश्न नंबर अगला 2 है संविधान विच शामिल आदर्शों तो की भाव है? हाँ जी, संविधान विच शामिल किहड़े आदर्श है? ठीक है, समानता, स्वतंत्र न्यायपालिका, ठीक है, लोकतंत्री गणराज, मौलिक अधिकार, ये सारी की ने आदर्श है। ठीक है, हाँ जी। तो मेरे विद्यार्थी अगे जिहड़े प्रश्न है अपने को आने अपने को 2 प्रश्न ने 3-3 अंकां दे। ठीक है, पहले 2 दे विच आपां एक करना गा, ते जिहड़े अगले 2 है उन्हां दे विच आपां एक क्वेश्चन करना गा। ठीक है, भारतीय संसद की बनतरी सौखा क्वेश्चन है। ठीक है, मौलिक अधिकार दसने, जिहड़े 6 मौलिक अधिकार ने किहड़े-किहड़े ने, ते शोषण विरुद्ध अधिकार की व्याख्या करनी। ठीक है, इन्हां दे विच जिहड़े तुहानूं क्वेश्चन सौखे लगे याद कर लिओ तुहाडी कॉपीज़ दे विचों वेख के। ठीक है, तो ये अपना जिहड़ा तुहाडा 70 अंकां का पेपर हैगा वो आएगा बिल्कुल इस तरीके का। ठीक है, तुसीं इहनूं याद कर लेना गा। ठीक है, अगर जिहड़े क्वेश्चन तुहानूं इहदे विचों लगे तुहानूं नहीं आंदे तुसीं कॉपीज़ दे उपर उहनूं नोट कर लिओ, तां जो जिहड़ी तुहाडी तैयारी है वो फाइनल पेपर दे लई वधिया ढंग दी हो सके। ठीक है, दोबारा फिर जिवें कि तुहानूं पता करोना काल हैगा। ठीक है, करोना महामारी के कारण जिहड़े तुहाडे स्कूल बंद हैगे, तुसीं घर दे उपरों जिहड़ी अपनी वधिया तैयारी हैगी वो करनी हैगी। ठीक है, तां जो साडे पक्के पेपर दे विचों वधिया जिहड़े नंबर हैगे वो आ सकण। ठीक है, ओके जी, धन्नवाद।